Religion Outlook. श्लोक। जी जंत के ठाकुरा आपे वर्तनहार, नानक एको पसरिया दूजा कहाँ दृष्टार। उस अकाल पुरख परमात्मा ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ हे ਜੀਆਂ ਅਤੇ ਜਨਤਾਂ ਦੇ ਪਾਲਣ ਵਾਲੇ ਪ੍ਰਭੂ, ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈ। हे ਨਾਨਕ, ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾਂ ਦੂਜਾ ਕਿੱਥੇ ਵੇਖਣ ਵਿੱਚ ਆਇਆ ਹੈ। ਇਸ ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਹੈ। ਇਸ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਮੌਜੂਦ ਉਹ ਪਰਮਾਤਮਾ ਹੈ। ਇਹੀ ਭਾਵ ਅਰਥ ਪੂਰੀ ਅਸ਼ਟਪਦੀ ਦੇ ਵਿੱਚ ਨਿਰੰਤਰ ਰਹੇਗਾ। ਅਸ਼ਟਪਦੀ। ਆਪ ਕਥਾ ਆਪ ਸੁਨਣਾ ਹਾਰ, ਆਪਾ ਏਕ ਆਪ ਵਿਸਥਾਰ। ਕਿਉਂਕਿ ਸਾਰੇ ਹੀ ਜੀਵਾਂ ਦੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਹੀ ਜੀਵ ਇੱਕ ਦੂਜੇ ਨਾਲ ਵਾਰਤਾਲਾਪ ਕਰਦੇ ਨੇ। ਮਨੁੱਖ ਨੇ ਭਾਸ਼ਾ ਉਤਪਤ ਕਰ ਲਈ ਹੈ, ਸੋ ਆਪੋ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਦਾ ਹੈ। ਦੂਜੇ ਜੋ ਜੀਵ ਹਨ ਉਹਨਾਂ ਦੇ ਕੋਲ ਆਪਣੇ ਆਪਣੇ ਤੌਰ ਤਰੀਕੇ ਹਨ ਇੱਕ ਦੂਜੇ ਨਾਲ ਵਾਰਤਾਲਾਪ ਕਰਨ ਦੇ। ਵੱਖ-ਵੱਖ ਤਰ੍ਹਾਂ ਦੀਆਂ ਸਥਿਤੀਆਂ ਨੂੰ ਦਰਸਾਉਣ ਦੇ ਲਈ ਮਨੁੱਖ ਤੋਂ ਇਲਾਵਾ ਜੋ ਜੀਵ ਹਨ ਉਹ ਵੱਖ-ਵੱਖ ਪ੍ਰਕਾਰ ਦੀ ਆਵਾਜ਼ ਕੱਢਦੇ ਹਨ। ਵਿਗਿਆਨਕਾਂ ਨੇ ਜੰਗਲਾਂ ਦੇ ਵਿੱਚ ਜਾ ਕੇ ਪਰੀਖਣ ਕੀਤੇ ਹਨ ਤੇ ਇਹ ਪਤਾ ਕੀਤਾ ਹੈ ਕਿ ਜਦੋਂ ਖਤਰਾ ਦਰਸਾਉਣਾ ਹੋਵੇ ਤਾਂ ਜੰਗਲੀ ਜੀਵ ਇੱਕ ਅਲੱਗ ਪ੍ਰਕਾਰ ਦੀ, ਇੱਕ ਖਾਸ ਪ੍ਰਕਾਰ ਦੀ ਆਵਾਜ਼ ਕੱਢਦੇ ਹਨ। ਜਦੋਂ ਕਿਸੇ ਦੂਸਰੇ ਜੀਵ ਨੂੰ ਆਪਣੇ ਕੋਲ ਬੁਲਾਉਣਾ ਹੋਵੇ ਉਦੋਂ ਹੋਰ ਪ੍ਰਕਾਰ ਦੀ ਆਵਾਜ਼ ਕੱਢਦੇ ਹਨ। ਅਜਿਹੇ ਹੀ ਇੱਕ ਪ੍ਰਯੋਗ ਦੇ ਵਿੱਚ ਵਿਗਿਆਨਕਾਂ ਨੇ ਉਹਨਾਂ ਦੀ ਆਵਾਜ਼ ਨੂੰ ਰਿਕਾਰਡ ਕਰ ਲਿਆ। ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਜੋ ਉਹ ਕੱਢਦੇ ਸਨ ਉਹ ਸਾਰੀਆਂ ਰਿਕਾਰਡ ਕਰ ਲਈਆਂ। ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਕਿਹੜੀ ਆਵਾਜ਼ ਕਿਹੜੇ ਜੀਵ ਦੀ ਹੈ। ਜੇਕਰ ਇੱਕ ਬੱਚੇ ਦੀ ਆਵਾਜ਼, ਜੀਵ ਦੇ ਬੱਚੇ ਦੀ ਆਵਾਜ਼ ਉਹਨਾਂ ਨੇ ਰਿਕਾਰਡ ਕੀਤੀ ਤਾਂ ਉਹਦਾ ਰਿਕਾਰਡ ਇਹ ਵੀ ਰੱਖਿਆ ਗਿਆ ਕਿ ਇਸ ਬੱਚੇ ਦੀ ਮਾਂ ਕਿਹੜੀ ਹੈ। ਤੇ ਪ੍ਰਯੋਗ ਕਰਨ ਦੇ ਲਈ ਉਹਨਾਂ ਨੇ ਉਹਦੀ ਮਾਂ ਤੋਂ ਕੁਝ ਦੂਰੀ ਤੇ ਰੱਖ ਕੇ ਉਹ ਆਵਾਜ਼ ਪਲੇ ਕੀਤੀ। ਜੋ ਆਵਾਜ਼ ਉਹਨਾਂ ਨੇ ਵਜਾਈ ਉਹ ਖਤਰੇ ਦਾ ਸਾਈਨ ਸੀ, ਖਤਰੇ ਦਾ ਚਿੰਨ੍ਹ ਸੀ। ਜਦੋਂ ਹੀ ਉਹਨਾਂ ਨੇ ਉਹ ਆਵਾਜ਼ ਵਜਾਈ ਤਾਂ ਜਿਸ ਬੱਚੇ ਦੀ ਉਹ ਆਵਾਜ਼ ਸੀ ਉਸ ਬੱਚੇ ਦੀ ਮਾਂ ਨਾਲ ਦੀ ਨਾਲ ਚੁਕੰਨੀ ਹੋ ਗਈ। ਭਾਵ ਕਿ ਉਹਨੇ ਆਪਣੇ ਬੱਚੇ ਦੀ ਆਵਾਜ਼ ਵੀ ਪਛਾਣੀ, ਉਹ ਬੱਚਾ ਕੀ ਕਹਿਣਾ ਚਾਹ ਰਿਹਾ ਹੈ ਇਹ ਵੀ ਪਛਾਣਿਆ ਤੇ ਨਾਲ ਦੀ ਨਾਲ ਹੀ ਉਹ ਆਪਣੇ ਬੱਚੇ ਨੂੰ ਲੱਭਣ ਲੱਗ ਗਈ। ਉਹਨੂੰ ਇਹ ਅਹਿਸਾਸ ਹੋ ਗਿਆ ਕਿ ਮੇਰਾ ਬੱਚਾ ਖਤਰੇ ਵਿੱਚ ਹੈ। ਸੋ ਸਾਰੇ ਹੀ ਜੀਵ ਇੱਕ ਦੂਜੇ ਦੇ ਨਾਲ ਵਾਰਤਾਲਾਪ ਕਰਦੇ ਨੇ ਤੇ ਸਾਰੇ ਹੀ ਜੀਵਾਂ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ। ਸੋ ਜੋ ਬੋਲ ਰਿਹਾ ਹੈ ਉਹਦੇ ਅੰਦਰ ਵੀ ਪਰਮਾਤਮਾ ਹੈ, ਜੋ ਸੁਣ ਰਿਹਾ ਹੈ ਉਹਦੇ ਅੰਦਰ ਵੀ ਪਰਮਾਤਮਾ ਹੈ। ਆਪ ਕਥਾ ਆਪ ਸੁਨਣਾ ਹਾਰ। ਸੋ ਕਹਿਣ ਵਾਲਾ ਵੀ ਆਪ ਹੈ ਤੇ ਸੁਣਨ ਵਾਲਾ ਵੀ ਆਪ ਹੀ ਹੈ। ਆਪੈ ਏਕ ਆਪ ਵਿਸਥਾਰ। ਆਪ ਹੀ ਉਹ ਇੱਕ ਵੀ ਹੈ ਤੇ ਪੂਰੀ ਸ੍ਰਿਸ਼ਟੀ ਦਾ ਖਿਲਾਰਾ ਵੀ ਆਪ ਹੀ ਹੈ। ਜੋ ਸ੍ਰਿਸ਼ਟੀ ਦਾ ਵਿਸਥਾਰ ਹੋਇਆ ਹੈ ਉਹ ਵੀ ਆਪ ਹੀ ਹੈ। ਉਹ ਇੱਕ ਰੂਪ ਵੀ ਹੈ ਕਿਉਂਕਿ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਇੱਕ ਹੀ ਹੈ, ਉਹਦੇ ਵਰਗਾ ਦੂਸਰਾ ਕੋਈ ਹੋ ਨਹੀਂ ਸਕਦਾ। ਪਰ ਕਿਉਂਕਿ ਉਹ ਸਾਰੇ ਹੀ ਜੀਵਾਂ ਦੇ ਵਿੱਚ ਵਸਿਆ ਹੋਇਆ ਹੈ ਤਾਂ ਇਹ ਕਹਿ ਸਕਦੇ ਹਾਂ ਕਿ ਉਸ ਪਰਮਾਤਮਾ ਦੀਆਂ ਬਹੁਤ ਸਾਰੀਆਂ ਕਾਪੀਆਂ ਵੀ ਨੇ। ਸੋ ਇੱਕ ਵੀ ਹੈ ਤੇ ਅਨੇਕ ਵੀ ਹੈ, ਏਕ ਵੀ ਹੈ ਤੇ ਵਿਸਥਾਰ ਵੀ ਹੈ। ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣਾ ਭਾਣੈ ਲਏ ਸਮਾਏ। ਜਦੋਂ ਪ੍ਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ ਸ੍ਰਿਸ਼ਟੀ ਦੀ ਉਤਪਤੀ ਕਰ ਦਿੰਦਾ ਹੈ ਤੇ ਜਦੋਂ ਚੰਗਾ ਲੱਗੇ ਤੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਹੀ ਸਮਾ ਲੈਂਦਾ ਹੈ।
ਵਿਗਿਆਨ ਇਹਨਾਂ ਗੱਲਾਂ ਦੀ ਪੁਸ਼ਟੀ ਕਰਦੀ ਹੈ ਕਿ ਧਰਤੀ ਦੇ ਉੱਪਰ ਹੀ, ਸਿਰਫ ਧਰਤੀ ਦੇ ਉੱਪਰ ਹੀ ਬਹੁਤ ਕੁਝ ਹੁੰਦਾ ਰਿਹਾ ਹੈ। ਇਹਦੇ ਬਣਨ ਤੋਂ ਬਾਅਦ ਅੰਗਰੇਜ਼ੀ ਦੇ ਵਿੱਚ ਆਈਸ ਏਜ ਕਹਿ ਦਿੰਦੇ ਨੇ ਕਿ ਜਦੋਂ ਸਭ ਕੁਝ ਹੀ ਜੰਮ ਜਾਂਦਾ ਹੈ, ਫਿਰ ਹੌਲੀ ਹੌਲੀ ਤਾਪਮਾਨ ਵਧਣ ਲੱਗਦੇ ਨੇ ਅਤੇ ਧਰਤੀ ਮੁੜ ਤੋਂ ਆਪਣੇ ਜੋ ਸਧਾਰਨ ਰੂਪ ਹੈ ਉਹਦੇ ਵਿੱਚ ਆ ਜਾਂਦੀ ਹੈ। ਡਾਇਨਾਸੌਰਾਂ ਬਾਰੇ ਅਸੀਂ ਸਭਨਾਂ ਨੇ ਪੜ੍ਹਿਆ ਹੋਏਗਾ ਕਿ ਕਿਸੇ ਵਕਤ ਉਹਨਾਂ ਦੀ ਆਬਾਦੀ ਕਾਫੀ ਜ਼ਿਆਦਾ ਹੁੰਦੀ ਸੀ ਅਤੇ ਫਿਰ ਇੱਕ ਸਮਾਂ ਆਇਆ ਕਿ ਸਾਰੇ ਦੇ ਸਾਰੇ ਹੀ ਖਤਮ ਹੋ ਗਏ ਅਤੇ ਉਸ ਵਕਤ ਸਿਰਫ ਡਾਇਨਾਸੌਰ ਨਹੀਂ, ਉਹਦੇ ਨਾਲ ਨਾਲ ਬਾਕੀ ਦੇ ਜੋ ਜੀਵ ਸਨ ਉਹ ਵੀ ਖਤਮ ਹੋ ਗਏ। ਪਰ ਧਰਤੀ ਖਤਮ ਨਹੀਂ ਹੋਈ, ਧਰਤੀ 'ਤੇ ਫਿਰ ਤੋਂ ਜੀਵਨ ਦੀ ਉਤਪੱਤੀ ਹੋਈ। ਸੋ ਜਦ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਜੀਵਨ ਦੀ ਉਤਪੱਤੀ ਕਰ ਦਿੰਦਾ ਹੈ, ਜਦ ਚੰਗਾ ਲੱਗਦਾ ਹੈ ਆਪਣੇ ਵਿੱਚ ਹੀ ਸਮਾ ਲੈਂਦਾ ਹੈ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਕੋਈ ਵੀ ਜੀਵ ਪਰਮਾਤਮਾ ਤੋਂ ਵੱਖਰਾ ਨਹੀਂ ਹੈ। ਇੱਥੇ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜਦੋਂ ਵੀ ਅਸੀਂ ਸ਼ਬਦ ਜੀਵ ਵਰਤਦੇ ਹਾਂ ਤਾਂ ਉਹਦਾ ਅਰਥ ਸਾਰੇ ਪਸ਼ੂ ਪੰਛੀ, ਮਨੁੱਖ, ਕੀੜੇ ਮਕੌੜੇ, ਕੀਟ ਪਤੰਗੇ, ਬਨਸਪਤੀ ਸਭ ਕੁਝ ਹੁੰਦਾ ਹੈ। ਸੋ ਕੋਈ ਵੀ ਜੀਵ ਉਸ ਪਰਮਾਤਮਾ ਤੋਂ ਵੱਖਰਾ ਨਹੀਂ ਹੈ। ਸਾਰੇ ਜਗਤ ਨੂੰ ਉਸ ਪਰਮਾਤਮਾ ਨੇ ਆਪਣੇ ਹੁਕਮ ਦੇ ਧਾਗੇ ਦੇ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਜਾਕੋ ਪ੍ਰਭ ਜਿਉ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖਸ਼ਦੇ ਹਨ, ਕਿਸੇ ਦੂਜੇ ਮਨੁੱਖ ਦੇ ਬਖਸ਼ਿਆਂ ਕਿਸੇ ਨੂੰ ਸੂਝ ਨਹੀਂ ਮਿਲਦੀ। ਜਿਹਨੂੰ ਪਰਮਾਤਮਾ ਖੁਦ ਸੂਝ ਬਖਸ਼ਦਾ ਹੈ, ਜਿਹਦੇ ਅੰਦਰ ਪਰਮਾਤਮਾ ਖੁਦ ਪ੍ਰੇਰਨਾ ਪੈਦਾ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ। ਅਤੇ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਉਹ ਮਨੁੱਖ ਸਮਦਰਸੀ ਹੋ ਜਾਂਦਾ ਹੈ, ਸਭਨਾਂ ਨੂੰ ਇੱਕੋ ਨਜ਼ਰ ਨਾਲ ਤੱਕਣ ਵਾਲਾ ਹੋ ਜਾਂਦਾ ਹੈ, ਕਿਸੇ ਦੇ ਵਿੱਚ ਵੀ ਕੋਈ ਭੇਦਭਾਵ ਨਹੀਂ ਕਰਦਾ। ਤਤ ਕਾ ਬੇਤਾ ਭਾਵ ਜੋ ਅਸਲੀਅਤ ਹੈ ਉਹਦਾ ਜਾਣਨ ਵਾਲਾ ਹੋ ਜਾਂਦਾ ਹੈ, ਅਸਲੀਅਤ ਨੂੰ ਜਾਣ ਜਾਂਦਾ ਹੈ ਕਿ ਇਹ ਜਗਤ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ, ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ। ਇਸ ਲਈ ਉਹ ਸਾਰੇ ਜਗਤ ਦਾ ਜੇਤੂ ਵੀ ਹੋ ਜਾਂਦਾ ਹੈ। ਜੀ ਜੰਤਰ ਸਭ ਤਾਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ। ਸਾਰੇ ਹੀ ਜੀਵ ਜੰਤ ਉਸ ਪਰਮਾਤਮਾ ਦੇ ਹੱਥ ਵੱਸ ਹਨ, ਪਰਮਾਤਮਾ ਦੇ ਵੱਸ ਵਿੱਚ ਹਨ, ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਦੇ ਹਨ। ਉਹ ਪਰਮਾਤਮਾ ਦੀਨਾਂ 'ਤੇ ਦਇਆ ਕਰਨ ਵਾਲਾ ਹੈ ਅਤੇ ਅਨਾਥਾਂ ਦਾ ਮਾਲਿਕ ਹੈ। ਅਕਸਰ ਸਾਨੂੰ ਇਹ ਸੁਣਨ ਦੇ ਵਿੱਚ ਮਿਲਦਾ ਹੈ ਕਿ ਸਾਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਣਾ ਚਾਹੀਦਾ ਹੈ। ਸੋਚਣ ਵਾਲੀ ਗੱਲ ਇੱਥੇ ਇਹ ਹੈ ਕਿ ਕੀ ਅਸੀਂ ਪਰਮਾਤਮਾ ਦੀ ਰਜ਼ਾ ਤੋਂ ਬਾਹਰ ਹੋ ਕੇ ਵੀ ਚੱਲ ਸਕਦੇ ਹਾਂ? ਗੁਰੂ ਜੀ ਕਹਿੰਦੇ ਹਨ ਕਿ ਜੀ ਜੰਤਰ ਸਭ ਤਾਕੈ ਹਾਥ। ਸਾਰੇ ਹੀ ਜੀਵ ਜੰਤ ਉਸ ਪਰਮਾਤਮਾ ਦੇ ਵੱਸ ਵਿੱਚ ਹਨ। ਸੋ ਪਰਮਾਤਮਾ ਦੀ ਰਜ਼ਾ ਤੋਂ ਬਾਹਰ ਤੇ ਕੋਈ ਚੱਲ ਹੀ ਨਹੀਂ ਸਕਦਾ। ਫਿਰ ਕਈ ਵਾਰ ਇਹ ਸਵਾਲ ਵੀ ਪੈਦਾ ਹੋ ਜਾਂਦਾ ਹੈ ਕਿ ਦੁਨੀਆ 'ਤੇ ਬਹੁਤ ਸਾਰੇ ਇਨਸਾਨ ਅਤੇ ਬਹੁਤ ਸਾਰੇ ਹੋਰ ਜੀਵ ਵੀ ਬਹੁਤ ਸਾਰੇ ਗਲਤ ਕੰਮ ਕਰਦੇ ਨੇ। ਜੰਗਲਾਂ ਦੇ ਵਿੱਚ ਵੀ ਜੋ ਤਾਕਤਵਰ ਜੀਵ ਹੈ ਉਹ ਆਪਣੇ ਤੋਂ ਕਮਜ਼ੋਰ ਜੀਵ ਨੂੰ ਮਾਰ ਕੇ ਖਾ ਜਾਂਦਾ ਹੈ, ਅਤੇ ਮਨੁੱਖ ਵੀ ਅਜਿਹਾ ਕਰ ਜਾਂਦੇ ਹਨ। ਠੱਗੀਆਂ ਵੀ ਕਰਦੇ ਹਨ, ਚੋਰੀਆਂ ਵੀ ਕਰਦੇ ਹਨ, ਇੱਕ ਦੂਜੇ ਦਾ ਕਤਲ ਵੀ ਕਰ ਦਿੰਦੇ ਹਨ, ਇੱਕ ਦੂਜੇ 'ਤੇ ਅਤਿਆਚਾਰ ਵੀ ਕਰ ਦਿੰਦੇ ਹਨ, ਕਿਸੇ ਦੇ ਨਾਲ ਜ਼ਬਰ ਵੀ ਕਰ ਦਿੰਦੇ ਹਨ। ਤਾਂ ਸਵਾਲ ਇੱਥੇ ਇਹ ਪੈਦਾ ਹੋ ਜਾਂਦਾ ਹੈ, ਕਈ ਮਨੁੱਖ ਸਵਾਲ ਕਰਦੇ ਨੇ ਕਿ ਫਿਰ ਇਹ ਸਭ ਕੁਝ ਜਿਸ ਨੂੰ ਅਸੀਂ ਬੁਰਾ ਗਿਣਦੇ ਹਾਂ, ਇਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਕਿਵੇਂ ਹੋ ਸਕਦਾ ਹੈ? ਕੁਝ ਵੀ ਬੁਰਾ ਕਰਨ ਦੇ ਵਿੱਚ ਪਰਮਾਤਮਾ ਦੀ ਰਜ਼ਾ ਕਿਵੇਂ ਹੋ ਸਕਦੀ ਹੈ? ਤਾਂ ਜਿਵੇਂ ਕਿ ਅਸੀਂ ਪਿਛਲੀ ਅਸ਼ਟਪਦੀ ਦੇ ਵਿੱਚ ਪੜ੍ਹਿਆ ਸੀ, ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 21ਵੀਂ ਅਸ਼ਟਪਦੀ ਦੇ ਵਿੱਚ, ਕਿ ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਭੈ ਭਾਰ,
दुख सूख मान अपमान अनेक प्रकार कियो बखियान। ये सब कुछ मनुख दे धरती दे उपर पैदा होने तो बाद पैदा होए। ये जो दुख सुख चंगा माड़ा मान अपमान है, ये मनुख ने पैदा कर लई, पर कीते ये भी परमात्मा दी रज़ा दे विच। मनुख नूं जो बुद्धि है वो परमात्मा ने बख्शी है। उसे बुद्धि का इस्तेमाल करके ही मनुख इत्थों तक पहुँचया है। कदे जंगलों दे विच होरना जीवां वांग ही रहिंदा सी। तन ते कोई कपड़े भी नहीं सन हुंदे, रहण दे लई कोई आलीशान घर भी नहीं सन हुंदे। जिवें बाकी दे जीव जंगलों दे विच रहिंदे हन, उवें ही मनुख भी रहिंदा सी। पर मनुख नूं बाकी दे जीवां दे नालों थोड़ी वक्खरी बुद्धि परमात्मा ने बख्श दित्ती। उसे बुद्धि का इस्तेमाल करके मनुख ने चंगा माड़ा भी कर लिया, दुख सुख भी कर लिया, वख-वख चीज़ां बना लईआं, टैक्नोलॉजी बना लई, विज्ञान बना लिया, बहुत प्रकार के जंतर बना लए, अपने तन नूं ढकण दी सोझी पा लई, तन नूं ढकण दे लई कपड़ा बना लिया, रहण दे लई घर बना लए, आवाजाई दे साधन बना लए, की नहीं बनाया, फसलां उगा लईआं। पर इस सब दे विच परमात्मा दी रज़ा है। उहदे तो बाहर हो के असीं ये सब कुछ नहीं कर सकते। कोई भी जो नवीं काढ़ कड्ढी जाती है, उस काढ़ नूं कड्ढण दा ख्याल किसी ना किसी व्यक्ति दे मन दे विच आउंदा है। उस तो पहलां तक उस चीज़ दे बारे च किसी नूं कोई इल्म नहीं हुंदा। जेकर असीं अज तो 400-500 साल पिछे चल जाइए जां 1000 साल पिछे चल जाइए, किसी भी मनुख दे मन दे विच इंटरनेट शब्द भी नहीं होएगा। किसी ने ये सोचा भी नहीं होएगा कि इत्थे बैठे हज़ारां किलोमीटर दूर असीं गल कर सकते हैं, कि असीं इत्थे बोलते हैं, हज़ारां किलोमीटर दूर साडी आवाज़ पहुँच जाती है। इत्थों असीं एक बटन नप्पिया ते इंटरनेट के जरिए हज़ारां किलोमीटर दूर साडा संदेश पहुँच जाता है। उन्हां वेलियां दे विच ते संदेश घोड़ियां ते लैके जाए जाते सन, किसी नूं कोई इल्म नहीं सी। पर 20वीं सदी दे विच विंट सर्फ नाम दे इंसान दे मन दे विच एक फुरना फुरदा है ते वह इंटरनेट ईजाद कर दिंदा है, ते उस तो बाद पूरी दुनिया ही बदल जाती है। बहुत वड्डा बदलाव आ जाता है दुनिया दे विच। हुण अंग्रेजी दे विच आउट ऑफ नोवेयर कह दिंदे आ कि कितों भी उस मनुख दे मन दे विचों ख्याल पैदा हो गया। असीं मनदे हां कि वह ख्याल परमात्मा ने पैदा किया। इसे प्रकार ही असीं न्यूटन की उदाहरण भी लै सकते हाँ, जिन्हें बिजली बनाई उहदी उदाहरण भी लै सकते हाँ, माइकल फैराडे। उस तो पहला तो लोग तेल के दीवे बालते हुंदे सन, उन्हें बिजली की काढ़ कढ़ दी ते बल्ब जगन लग पे। होर कई प्रकार के जो बिजली ते चलण वाले यंत्र ने वो बना लए मनुख ने। सो इस सब दे विच परमात्मा दा हथ आ जाता है। संसार दे विच जो वस्तु अज नहीं है, उन्हों कल नूं बनाउण दे लई किसी ना किसी दे मन विच ख्याल आएगा। वो ख्याल कोई मनुख चाह के अपने अंदर उत्पन्न नहीं कर सकता। असीं अजे सोच नहीं सकते कि कल नूं असीं आ वाली चीज़ बनाउणी है, उन्हों बनाउण दा ख्याल असीं अपने मन च पाउणा है। असीं नहीं सोच सकते। जदों उहदी रज़ा होई, उदों उन्हें किसी ना किसी दे मन दे विच फुरना पा देना। उस मनुख नूं इन्नी ताकत भी बख्शनी है, इन्नी बुद्धि भी बख्शनी है कि वह उस फुरने ते अगे काम करके कुछ ईजाद कर सके। सो सिट्टा यही निकलदा है कि जी जंतर सब ताकै हाथ। अगे चलते हाँ। जिस राखै तिस कोई ना मारै, सो मूआ जिस मनो विसारै। जिसनों परमात्मा आप रखता है उन्हों कोई नहीं मार सकता। असी हमेशा ये गल करते हुंदे हाँ कि बहुत भयानक तो भयानक हादसियां दे विचों भी कई बार जीव
बच जाते हैं। परमात्मा खुद मेहर करता है, उन्होंने बचा लेंदा है। सो मूआ जिस मनो विसारै, जिसनों परमात्मा ने भुला दिता वह मर जाता है। उस शरीरक मौत की भी गल है इत्थे, मानसिक आत्मक मौत की भी गल है। तिस तज अवर कहाँ को जाए, सब सिर एक निरंजन राय। गुरु जी कहते कि उस प्रभु नूं छड्ड के असीं होर कित्थे जाइए। सारे ही जीवां दे सिर उस निरंजन परमात्मा दा राज है। जी की जुगत जाकै सब हाथ, अंतर बाहर जानो साथ। जीवां दी जिंदगी दा भेद उस परमात्मा दे हत्थ विच है। इसलिए सानू चाहिदा है कि असी भावें अपने घर दे अंदर होइए ते भावें बाहर होइए, परमात्मा नूं अपने अंग संग जाणीए। ते दूजी गल, परमात्मा नूं अपने अंदर वसदा भी जाणीए ते परमात्मा नूं अपने बाहर सृष्टि दे विच वसदा भी जाणीए। गुण निधान बेअंत अपार, नानक दास सदा बलिहार। हे नानक, आख के प्रभु दे सेवक उस तो सदके हन, जो गुणां दा खजाना है, बेअंत है ते अपार है। पूर्ण पूर रहे दयाल, सब ऊपर होवत किरपाल। दया दे घर प्रभु जी सब थाई भरपूर हन ते सब जीवां ते मिहर करदे हन। अपने करतब जानै आप, अंतरजामी रहियो व्याप। प्रभु अपने खेल आप जानदा है, सब दे दिल दी जानन वाला प्रभु सब थाई मौजूद है। अपने करतब जाना आप, इस गल नूं समझना भी बहुत ज़रूरी है। इहदे विचों सानू उस प्रश्न का जवाब मिल जाता है कि संसार दे विच इन्ना कुछ बुरा भी क्यों हुंदा है, फिर चंगा ही चंगा क्यों नहीं हुंदा। ये भेद परमात्मा ही जानता है कि उन्हें जगत दे विच चंगा भी ते बुरा भी क्यों बनाया, मनुख नूं ये बुद्धि क्यों दिती कि वह चंगे ते माड़े दा फर्क कर सके। गल ये है कि जे असीं ये सवाल उठाउंदे हां कि संसार दे विच बुरा क्यों हुंदा है, तो सानू फिर ये सवाल भी उठाउणा चाहिदा है कि संसार दे विच चंगा भी क्यों हुंदा है। जो कुछ भी संसार दे विच हो रहा है जां हुंदा है, वो हुंदा ही क्यों है। इस सवाल का उत्तर मनुख चाह के भी लभ नहीं सकता। इसे लई गुरु जी एक ही पंक्ति दे विच ये सारा जवाब सानू दे दिंदे ने कि अपने करतब जानै आप। प्रभु अपने खेल आप ही जानता है। उन्हें मनुख नूं क्यों बनाया, उन्हें बाकी दे जीव क्यों बनाए, इन्नी सृष्टि क्यों बनाई। मनुख नूं बाकी दे जीवां दे नालों थोड़ी जही वखरी बुद्धि क्यों दे दित्ती। पूरी सृष्टि दे विच जिस प्रकार दे जंतर मनुख ने बना ले, वो किसी भी होर जीव ने नहीं बनाई। तो मनुख नूं अजिही बुद्धि परमात्मा ने क्यों दे दित्ती, ये सवाल भी पुछना बनदा जेकर असीं ये पुछदे हां कि संसार दे विच बुरा क्यों हुंदा है। सो भाई, इस गल ते अपना यकीन पक्का कर लईए कि अपने करतब जानै आप। अगे चलते हैं। प्रतपालै जीवन बहु भांत, जो जो रचियो सो तिसै ध्यात। परमात्मा जीवां नूं कई तरीकिਆਂ ਦੇ ਨਾਲ ਪਾਲਦਾ है। ਸਾਹ ਲੈਣ ਦੇ ਲਈ ਉਹਨਾਂ ਨੂੰ ਹਵਾ ਵੀ ਬਖਸ਼ਦਾ ਹੈ। ਹਵਾ ਦੇ ਵਿੱਚ ਲੋੜੀਂਦੀ ਮਾਤਰਾ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਜੋ ਗੈਸਾਂ ਨੇ ਉਹ ਬਖਸ਼ਦਾ ਹੈ। ਉਹਨਾਂ ਦੇ ਖਾਣ ਦੇ ਲਈ ਭੋਜਨ ਵੀ ਬਖਸ਼ਦਾ ਹੈ। चाहिए तो असी सोच सकते हाँ कि फसलां असी उगाउंदे हाँ, पर फसल नूं उगण दे विच बहुत सारियां अजिहियां चीज़ां ने जिहड़ियां ते साडा कोई भी इख्तियार नहीं है। असी नहीं निर्धारित कर सकते कि साडा बीजिया होया बीज उगेगा या नहीं उगेगा, उहदे तो पैदा हुई फसल नूं फल लगेगा या नहीं लगेगा। सो उस प्रकार भी प्रभु साडी पालना करता है। जो जो भी जीव उस परमात्मा ने पैदा किए हैं, वो उसे परमात्मा नूं ही सिमरते हैं। जिस भावै तिस लय मिलाए, भगत करै हर के गुण गाए। जिस उत्ते प्रभु त्रुठदा है, खुश हुंदा है,
ਉਹਨੂੰ ਆਪਣੇ ਨਾਲ ਜੋੜ ਲੈਂਦਾ ਹੈ। ਉਹ ਮਨੁੱਖ ਉਸ ਪਰਮਾਤਮਾ ਦੇ ਗੁਣ ਗਾ ਕੇ ਉਹਦੀ ਭਗਤੀ ਕਰਦੇ ਹਨ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਹੇ ਨਾਨਕ, ਜਿਸ ਮਨੁੱਖ ਨੇ ਮਨ ਵਿੱਚ ਸ਼ਰਧਾ ਧਾਰ ਕੇ ਪ੍ਰਭੂ ਨੂੰ ਸੱਚਮੁੱਚ ਹੋਂਦ ਵਾਲਾ ਮੰਨ ਲਿਆ ਹੈ, ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ। ਜੋ ਸੇਵਕ ਇੱਕ ਪ੍ਰਭੂ ਦੇ ਨਾਮ ਵਿੱਚ ਟਿਕਿਆ ਹੋਇਆ ਹੈ, ਉਸ ਦੀ ਆਸ ਕਦੇ ਖਾਲੀ ਨਹੀਂ ਜਾਂਦੀ। ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕ ਨੂੰ ਇਹ ਫਬਦਾ ਹੈ ਕਿ ਉਹ ਸਭਨਾਂ ਦੀ ਸੇਵਾ ਕਰੇ। ਸੇਵਾ ਸੇਵਕਾਂ ਦੇ ਲਈ ਬਣੀ ਹੈ। ਸੇਵਕ ਪਰਮਾਤਮਾ ਦੇ ਹੁਕਮ ਨੂੰ ਬੁੱਝ ਜਾਂਦਾ ਹੈ, ਉਹਦੀ ਰਜ਼ਾ ਨੂੰ ਸਮਝ ਜਾਂਦਾ ਹੈ ਤੇ ਇਸੇ ਲਈ ਹੀ ਉੱਚਾ ਦਰਜਾ ਹਾਸਲ ਕਰ ਲੈਂਦਾ ਹੈ, ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਇਸ ਤੇ ਉੱਪਰ ਨਹੀਂ ਵਿਚਾਰ, ਜਾਕੈ ਮਨ ਵਸਿਆ ਨਿਰੰਕਾਰ। ਜਿਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖ ਵਸ ਜਾਏ, ਉਹਨਾਂ ਦੇ ਲਈ ਪਰਮਾਤਮਾ ਦੇ ਨਾਮ ਸਿਮਰਨ ਤੋਂ ਵੱਡਾ ਹੋਰ ਕੋਈ ਵੀ ਵਿਚਾਰ ਨਹੀਂ ਰਹਿ ਜਾਂਦਾ। ਬੰਧਨ ਤੋਰ ਭਏ ਨਿਰਵੈਰ, ਅਨ ਦਿਨ ਪੂਜੈ ਗੁਰ ਕੇ ਪੈਰ। ਉਹ ਮਾਇਆ ਦੇ ਬੰਧਨ ਤੋੜ ਕੇ ਨਿਰਵੈਰ ਹੋ ਜਾਂਦੇ ਨੇ, ਹਰ ਵੇਲੇ ਸਤਿਗੁਰੂ ਦੇ ਪੈਰ ਪੂਜਦੇ ਨੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਉਹ ਲੋਕ ਫਿਰ ਇਸ ਜਨਮ ਦੇ ਵਿੱਚ ਵੀ ਸੁਖੀ ਹਨ ਤੇ ਪਰਲੋਕ ਦੇ ਵਿੱਚ ਵੀ ਸੌਖੇ ਹੁੰਦੇ ਹਨ, ਕਿਉਂਕਿ ਹੇ ਨਾਨਕ, ਪ੍ਰਭੂ ਨੇ ਆਪ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਪਰਮ ਖੁਸ਼ੀਆਂ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰੋ, ਉਸ ਪਰਮਾਤਮਾ ਦੇ ਗੁਣ ਗਾਓ। ਸਤਸੰਗ ਵਿੱਚ ਮਿਲ ਕੇ ਇਹ ਆਤਮਿਕ ਆਨੰਦ ਮਾਣੋ। ਸਤਸੰਗ ਦੇ ਵਿੱਚ ਮਿਲਣ ਵਾਲਾ ਆਤਮਿਕ ਆਨੰਦ ਅਸੀਂ ਸਭਨਾਂ ਨੇ ਮਾਣਿਆ ਹੋਏਗਾ, ਜੇਕਰ ਗੁਰੂ ਘਰ ਦੇ ਵਿੱਚ ਬੈਠ ਕੇ ਅਸੀਂ ਕਦੇ ਇਕਾਗਰ ਚਿੱਤ ਹੋ ਕੇ ਗੁਰਬਾਣੀ ਦਾ ਕੀਰਤਨ ਸੁਣਿਆ ਹੋਵੇ। ਉਸ ਵਰਗੀ ਮੈਡੀਟੇਸ਼ਨ, ਉਸ ਵਰਗਾ ਆਨੰਦਮਈ ਮਾਹੌਲ ਕਿਤੇ ਹੋਰ ਨਹੀਂ ਮਿਲਦਾ। ਇੱਥੋਂ ਤੱਕ ਕਿ ਜੇਕਰ ਅਸੀਂ ਘਰ ਦੇ ਵਿੱਚ ਬੈਠ ਕੇ ਆਪਣੇ ਫੋਨ ਜਾਂ ਟੀਵੀ ਜਾਂ ਕੰਪਿਊਟਰ 'ਤੇ ਵੀ ਕੀਰਤਨ ਸੁਣੀਏ, ਤਾਂ ਵੀ ਉੱਦਾਂ ਦਾ ਮਾਹੌਲ ਨਹੀਂ ਬਣ ਪਾਉਂਦਾ ਜੋ ਗੁਰੂ ਘਰ ਦੇ ਵਿੱਚ ਬਣ ਪਾਉਂਦਾ ਹੈ। ਉੱਥੇ ਸੰਗਤ ਜੁੜੀ ਹੁੰਦੀ ਹੈ, ਉੱਥੋਂ ਦਾ ਮਾਹੌਲ ਹੀ ਬੜਾ ਪਵਿੱਤਰ ਹੁੰਦਾ ਹੈ। ਕਦੇ ਮਹਿਸੂਸ ਕਰਕੇ ਵੇਖਿਓ, ਗੁਰੂ ਘਰ ਦੇ ਅੰਦਰ ਪੈਰ ਰੱਖਦਿਆਂ ਹੀ ਇੰਜ ਲੱਗਦਾ ਹੈ ਜਿਵੇਂ ਦਿਮਾਗ ਦੀ ਕੋਈ ਸੁੱਚ ਨੱਪੀ ਗਈ ਹੋਵੇ ਤੇ ਦਿਮਾਗ ਦਾ ਉਹ ਵਾਲਾ ਹਿੱਸਾ ਐਕਟਿਵ ਹੋ ਗਿਆ ਹੋਵੇ ਜੋ ਬੜਾ ਸ਼ਾਂਤਮਈ ਤੇ ਬੜਾ ਪਵਿੱਤਰ ਹੈ, ਜਿੱਥੇ ਕਿਸੇ ਵੀ ਪ੍ਰਕਾਰ ਦੇ ਕੋਈ ਭੈੜੇ ਖਿਆਲਾਤ ਨਹੀਂ ਆਉਂਦੇ। ਤੇ ਗੁਰੂ ਘਰ ਤੋਂ ਬਾਹਰ ਨਿਕਲਦਿਆਂ ਫਿਰ ਉਹੀ ਸਾਡਾ ਜੋ ਦੁਨਿਆਵੀ ਦਿਮਾਗ ਜਾਂ ਦੁਨਿਆਵੀ ਮਨ ਹੈ, ਉਹ ਭਾਰੂ ਹੋ ਜਾਂਦਾ ਹੈ। ਸੋ ਸਤਸੰਗ ਦੇ ਵਿੱਚ ਜੁੜ ਕੇ ਗੁਰਬਾਣੀ ਦਾ ਕੀਰਤਨ ਸੁਣ ਕੇ ਤੇ ਕੀਰਤਨ ਕਰਕੇ ਗਾ ਕੇ ਆਨੰਦ ਜ਼ਰੂਰ ਮਾਣਨਾ ਚਾਹੀਦਾ ਹੈ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰੋ ਤੇ ਇਸ ਮਨੁੱਖੇ ਸਰੀਰ ਦਾ ਉਧਾਰ ਕਰੋ, ਇਹਨੂੰ ਬਚਾਓ, ਜੋ ਕਿ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਹੈ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਓ। ਸੁਆਓ ਤੋਂ ਭਾਵ ਵਸੀਲਾ, ਤਰੀਕਾ। ਅਕਾਲ ਪੁਰਖ ਦੇ ਗੁਣ ਗਾਓ ਜੋ ਅਮਰ ਕਰਨ ਵਾਲੇ ਬਚਨ ਹਨ। ਗੁਣ ਕੀ ਗਾਉਣੇ ਹਨ? ਇਹ ਮਹਿਸੂਸ ਕਰਨਾ ਕਿ ਉਹ ਅਕਾਲ ਪੁਰਖ ਵਾਕਿਆ ਹੀ ਬੜਾ ਬੇਅੰਤ ਤੇ ਅਪਾਰ ਹੈ, ਵਾਕਿਆ ਹੀ ਬੜਾ ਦਿਆਲੂ ਹੈ। ਆਪਣੀਆਂ ਜ਼ਿੰਦਗੀਆਂ ਦੇ ਵਿੱਚ ਉਸ ਵੱਲੋਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਜਾਣਨਾ ਤੇ ਉਹਨਾਂ ਬਖਸ਼ਿਸ਼ਾਂ ਦੇ ਲਈ ਪਰਮਾਤਮਾ ਦੇ ਧੰਨਵਾਦੀ ਹੋ ਉੱਠਣਾ, ਇਹ ਜ਼ਿੰਦਗੀ ਨੂੰ ਵਿਕਾਰਾਂ ਤੋਂ ਬਚਾਉਣ ਦਾ ਤਰੀਕਾ ਹੈ, ਸੁਆਓ ਹੈ। ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਅੱਠੇ ਪਹਿਰ ਪਰਮਾਤਮਾ ਨੂੰ ਆਪਣੇ ਨੇੜੇ ਵੇਖੋ।
अंग संग वेखो। इस प्रकार साडे अंदरों अज्ञानता दा हनेरा मिट जाएगा। सुन उपदेश हिरदै वसावो, मन इच्छे नानक फल पावो। हे नानक, सतगुरु दे उपदेश सुन के हिरदे दे विच वसाओ, इस तरह मन मंगियां मुरादां मिलणगियां। हलत पलत दोए लेहो सवार, राम नाम अंतर उर धार। प्रभु दा नाम अपने अंदर अपने हिरदे दे विच टिकाओ। इस तरह साडे लोक ते परलोक दोवें ही सुधर जाणगे। असीं उस समय दे विच भी स्थिरता च रवांगे जदों असीं खुश हां, ते उस समय दे विच भी स्थिरता च रवांगे जदों असीं दुखी हां। कोई मुसीबत ने साडे ते हमला बोल दिता है। पूरे गुर की पूरी दीखिया, जिस मन बसै तिस साच परीखिया। पूरे सतगुरु की सिक्ख्या भी संपूर्ण है, पूरी है। जिस मनुख दे मन विच ये सिक्ख्या वसदी है, वो सच नूं परख लैंदा है, सच नूं असलीयत नूं समझ जांदा है। परमात्मा उन्हूं समझ दे विच आ जांदा है। मन तन नाम जपो लिव लाए, दुख दर्द मन ते भौ जाए। मन अते शरीर दे राही लिव जोड़ के परमात्मा दा नाम जपो। इस प्रकार साडे दुख दर्द ते साडे मनां दे विचों डर खत्म हो जाणगे। सच व्यापार करो व्यापारी, दरगाह निवै खेप तुम्हारी। खेप तो भाव सौदा। हे वणजारे जीव, सच दा व्यापार कर, परमात्मा दे नाम दा व्यापार कर, परमात्मा दा नाम ग्रहण कर, परमात्मा दा नाम ही दूजिਆਂ ਨੂੰ ਵੰਡ। बदले दे विच आनंद हासिल कर, खुशियां हासिल कर। तेरे इस सौदे दा परमात्मा दी दरगाह दे विच मुल पएगा। एका टेक रखो मन माहे, नानक बहुर ना आवा जाहे। हे नानक, मन विच उस एक अकाल पुरख दा आसरा रखो, मुड़ जम्मन मरण दा गेड़ नहीं होवेगा। तिसते दूर कहाँ को जाए, उबरै राखन हार ध्याए। प्रभु तो दूर कोई जीव कित्थे जा सकता है। ये सृष्टि है, सृष्टि के कण कण विच ते परमात्मा वसिया होया है। साडे ते अंदर परमात्मा वसिया होया है। तो परमात्मा तो दूर ते असीं जा ही नहीं सकते, चाह के भी नहीं जा सकते। परमात्मा तो दूर जाण बारे सोचना ਤਾਂ ਇੰਜ सोचना होएगा कि अपने किसी शरीर के अंग तो दूर चले जाना। जे असी ये कहीए कि अपने दिल नूं इत्थे छड्ड दईए ते आप किते होर चले जाइए, तो असीं आखांगे कि ये किवें हो सकता है, ये तो संभव ही नहीं। सो वो परमात्मा भी तो साडे दिल विच ही वसदा है। उन्होंने भी इत्थे छड्ड के असीं किते नहीं जा सकते। जिथे जावांगे साडे नाल ही जाएगा। सो जेकर असीं दुखां तो बचना है, विकारां तो बचना है, माया दे मोह तो बचना है, तो प्रभु नूं सिमरना पएगा। उबरै राखन हार ध्याए। निरभौ जपै सगल भौ मिटै, प्रभ किरपा ते प्राणी छुटै। जिस प्रकार दी मनुख दी संगत हुंदी है, कुछ हद तक वो मनुख उस प्रकार दा बन जांदा है। संगत दा असर मनुख ते हुंदा ही हुंदा है। सो जेकर असीं परमात्मा की संगत करिए, उस निरभौ परमात्मा नूं जपीए, तो साडे अंदरों भी डर मिटने शुरू हो जाते हैं। कारण ये हुंदा है कि परमात्मा नूं जपदियां साडे अंदर एक तो उहदी रज़ा का जो निजम है वो परपक्क हो जाता है कि जो कुछ भी वापरदा है परमात्मा की रज़ा दे विच वापरदा है। दूजा साडा हंकार मिट जाता है। तीजा साडा मोह खत्म हो जाता है। असी किसी भी वस्त या किसी भी होर जीव दे नाल मोह नहीं पाउंदे, ते जदों मोह ना होवे ते डर भी नहीं रहिंदे। साडे ज़्यादातर बल्कि ये भी कहा जा सकता है कि साडे सारे ही डर मोह चों उत्पन्न हुंदे ने। जेकर असी किसी चीज़ दे मालक हाँ, तो उस चीज़ नूं लैके साडे अंदर डर हो सकता है कि किते ये चीज़ मेरे तो खुस ना जाए। उहदे खुस्सण दा डर है। क्यों? क्योंकि सानू उस वस्तु दे नाल मोह है। साडा कोई परिवारक मैंबर है, उहदे खुस्सण दा सानू डर है, क्योंकि साडा उस परिवारक मैंबर दे नाल मोह है। असी अपने आप नूं मोह दे धागे दे नाल उस परिवारक मैंबर दे नाल, उस वस्तु दे नाल
ਬੰਨਿਆ ਹੋਇਆ ਹੈ। ਇਸੇ ਕਰਕੇ ਹੀ ਡਰ ਹੈ। ਜੇ ਮੋਹ ਨਾ ਹੋਵੇ ਤੇ ਡਰ ਵੀ ਨਹੀਂ ਹੁੰਦਾ। ਇਸ ਡਰ ਤੋਂ ਕੋਈ ਵੀ ਪ੍ਰਾਣੀ ਜੋ ਹੈ, ਕੋਈ ਵੀ ਜੀਵ ਜੋ ਹੈ, ਪ੍ਰਭੂ ਦੀ ਮਿਹਰ ਦੇ ਨਾਲ ਹੀ ਬਚ ਸਕਦਾ ਹੈ। ਫਿਰ ਉਹ ਜੋ ਮੋਹ ਦਾ ਧਾਗਾ ਹੈ ਉਹ ਇੱਕ ਤਰਫਾ ਹੋ ਜਾਂਦਾ ਹੈ। ਇੱਕ ਤਰਫਾ ਕਿਵੇਂ? ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸਾਡਾ ਪਰਿਵਾਰਕ ਮੈਂਬਰ ਹੈ, ਉਹਦੀ ਦੇਖਭਾਲ ਕਰਨੀ, ਪਿਆਰ ਸਹਿਤ ਉਹਦੇ ਨਾਲ ਵਿਚਰਨਾ ਸਾਡਾ ਫਰਜ਼ ਹੈ, ਅਸੀਂ ਉਹ ਕਰਦੇ ਹਾਂ। ਪਰ ਜੇਕਰ ਕਿਸੇ ਵੀ ਕਾਰਨ ਕਰਕੇ ਉਹ ਖੁੱਸਦਾ ਹੈ ਤਾਂ ਉਹਦੇ ਖੁੱਸਣ ਦਾ ਜੋ ਦੁੱਖ ਹੋਣਾ ਹੁੰਦਾ ਹੈ, ਜੋ ਉਹਦੇ ਖੁੱਸਣ ਦਾ ਡਰ ਹੈ, ਉਹ ਵਾਪਸ ਸਾਡੇ ਵੱਲ ਨਹੀਂ ਆਉਂਦਾ, ਕਿਉਂਕਿ ਉਹ ਮੋਹ ਦਾ ਧਾਗਾ ਜੋ ਹੈ ਇੱਕ ਤਰਫਾ ਹੈ। ਸਾਡਾ ਪਿਆਰ ਉਸ ਧਾਗੇ ਰਾਹੀਂ ਉਸ ਇਨਸਾਨ ਤੱਕ ਜਾਏਗਾ, ਪਰ ਉੱਧਰੋਂ ਡਰ ਜਾਂ ਦੁੱਖ ਸਾਡੇ ਵੱਲ ਨਹੀਂ ਆਏਗਾ। ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ। ਜਿਸ ਮਨੁੱਖ ਨੂੰ ਪ੍ਰਭੂ ਰੱਖਦਾ ਹੈ ਉਹਨੂੰ ਕੋਈ ਦੁੱਖ ਨਹੀਂ ਪਾਉਂਦਾ। ਨਾਮ ਜਪਿਆ ਮਨ ਦੇ ਵਿੱਚ ਸੁੱਖ ਪੈਦਾ ਹੁੰਦਾ ਹੈ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਇ ਨਾ ਪਹੁੰਚਨ ਹਾਰ। ਨਾਮ ਸਿਮਰਿਆ ਚਿੰਤਾ ਦੂਰ ਹੋ ਜਾਂਦੀ ਹੈ, ਹੰਕਾਰ ਮਿਟ ਜਾਂਦਾ ਹੈ। ਉਸ ਮਨੁੱਖ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਕੈ ਕਾਰਜ ਪੂਰਾ। ਜਿਸ ਬੰਦੇ ਦੇ ਸਿਰ ਉੱਪਰ ਸੂਰਮਾ ਸਤਿਗੁਰੂ ਆਪ ਖਲੋਤਾ ਹੋਇਆ ਹੈ, ਉਹਦੇ ਸਾਰੇ ਕੰਮ ਰਾਸ ਆ ਜਾਂਦੇ ਹਨ। ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਜਿਸ ਪ੍ਰਭੂ ਦੀ ਸਮਝ ਪੂਰਨ ਹੈ, ਸੰਪੂਰਨ ਹੈ, ਜਿਸ ਵਿੱਚ ਕੋਈ ਵੀ ਕਮੀ ਨਹੀਂ ਹੈ, ਜਿਸ ਪਰਮਾਤਮਾ ਦੀ ਨਜ਼ਰ ਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ, ਉਸ ਦਾ ਦੀਦਾਰ ਕੀਤਿਆਂ ਜਗਤ ਦਾ ਉद्धार ਹੁੰਦਾ ਹੈ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਜਿਸ ਪ੍ਰਭੂ ਦੇ ਕਮਲਾਂ ਵਰਗੇ ਅਤ ਸੋਹਣੇ ਚਰਨ ਹਨ, ਉਸ ਦਾ ਰੂਪ ਸੁੰਦਰ ਹੈ, ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਧਨ ਸੇਵਾ ਸੇਵਕ ਪਰਵਾਨ, ਅੰਤਰਜਾਮੀ ਪੁਰਖ ਪ੍ਰਧਾਨ। ਉਹ ਅਕਾਲ ਪੁਰਖ ਅੰਤਰਜਾਮੀ ਹੈ, ਘਟ ਘਟ ਦੀ ਜਾਣਨ ਵਾਲਾ ਹੈ, ਸਭਨਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਤੋਂ ਵੱਡਾ ਹੈ, ਪੁਰਖ ਪ੍ਰਧਾਨ ਹੈ, ਸਭ ਤੋਂ ਉੱਚੇ ਦਰਜੇ ਤੇ ਹੈ। ਇਸ ਲਈ ਉਸ ਪਰਮਾਤਮਾ ਦਾ ਸੇਵਕ ਉਹਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਹੈ। ਇਸੇ ਲਈ ਹੀ ਪਰਮਾਤਮਾ ਦੇ ਸੇਵਕਾਂ ਦੀ ਸੇਵਾ ਧਨ ਹੈ, ਮੁਬਾਰਕ ਦੇ ਕਾਬਿਲ ਹੈ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਕੈ ਨਿਕਟ ਨਾ ਆਵਤ ਕਾਲ। ਜਿਸ ਮਨੁੱਖ ਦੇ ਹਿਰਦੇ ਵਿੱਚ ਐਸਾ ਪ੍ਰਭੂ ਵਸਦਾ ਹੈ, ਉਹ ਨਿਹਾਲ ਹੋ ਜਾਂਦਾ ਹੈ, ਉਹ ਫੁੱਲ ਵਾਂਗਰਾਂ ਖਿੜ ਜਾਂਦਾ ਹੈ। ਮੌਤ ਦਾ ਡਰ ਉਹਦੇ ਨੇੜੇ ਵੀ ਨਹੀਂ ਟੁਕਦਾ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੇ ਸਤ ਸੰਗ ਵਿੱਚ ਜੁੜ ਕੇ ਪ੍ਰਭੂ ਨੂੰ ਸਿਮਰਿਆ ਹੈ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਸਥਿਰਤਾ ਹਾਸਲ ਕਰ ਲੈਂਦੇ ਹਨ, ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ। ਉਹਨਾਂ ਦੀ ਮਾਨਸਿਕ ਅਵਸਥਾ ਅਜਿਹੀ ਹੋ ਜਾਂਦੀ ਹੈ ਕਿ ਨਾ ਤੇ ਉਹ ਖੁਸ਼ੀ ਆਉਣ ਤੇ ਡੋਲਦੀ ਹੈ ਤੇ ਨਾ ਹੀ ਦੁੱਖ ਆਉਣ ਤੇ ਡੋਲਦੀ ਹੈ। ਅੱਜ ਦੀ ਵੀਡੀਓ ਕਾਫੀ ਲੰਬੀ ਹੋ ਗਈ ਹੈ, ਸੋ ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਾਰ ਅੰਸ਼ ਦੇ ਵਿੱਚ ਇਹੀ ਕਹਾਂਗੇ ਕਿ ਪੂਰੀ ਸ੍ਰਿਸ਼ਟੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ ਰਹੀ ਹੈ। ਇਸ ਗੱਲ ਨੂੰ ਸਮਝ ਲੈਣਾ, ਇਸ ਅਸਲੀਅਤ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਇਹ ਅਸਲੀਅਤ ਸਮਝ ਜਾਈਏ ਤਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਕੋਈ ਵੀ ਦੁੱਖ, ਕੋਈ ਵੀ ਡਰ ਨਹੀਂ ਰਹਿਣਗੇ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ। ਗੁਰਬਾਣੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।